Hello everyone. Hope you all are well. Today we are going to deal with our topic train problem. ਪੰਜਾਬ ਦਾ ਕੋਈ ਵੀ ਐਗਜ਼ਾਮ ਹੋਵੇ, ਚਾਹੇ ਪਟਵਾਰੀ ਦਾ, PSPCL ਦਾ, ਪਟਵਾਰੀ ਦਾ, ਚਾਹੇ ਪੁੱਡਾ ਦਾ ਹੋਵੇ, ਚਾਹੇ ਕੋਈ ਪੁਲਿਸ ਨਾਲ ਰਿਲੇਟਡ ਕੋਈ ਐਗਜ਼ਾਮ ਹੋਵੇ, ਹਰ ਇੱਕ ਐਗਜ਼ਾਮ ਦੇ ਵਿੱਚ ਟ੍ਰੇਨ ਨਾਲ ਰਿਲੇਟਡ ਇੱਕ ਜਾਂ ਦੋ ਕੁਐਸਚਨ ਪੁੱਛੇ ਹੀ ਜਾਂਦੇ ਨੇ। ਇਹ ਮੰਨਿਆ ਜਾ ਸਕਦਾ ਹੈ ਕਿ ਇੱਕ ਇੰਪੋਰਟੈਂਟ ਟੌਪਿਕ ਆ ਜਿਹੜਾ ਪੰਜਾਬ ਦੇ ਐਗਜ਼ਾਮ ਵਿੱਚ ਆਉਂਦਾ ਹੀ ਆਉਂਦਾ ਹੈ। ਸਟੂਡੈਂਟ, ਅੱਜ ਅਸੀਂ ਇਹ ਟੌਪਿਕ ਦਾ ਬੇਸਿਕ ਕਰਨ ਦਾ ਯਤਨ ਕਰਾਂਗੇ। ਅੱਜ ਅਸੀਂ ਸਮ ਘੱਟ ਸੋਲਵ ਕਰਾਂਗੇ। ਜੇ ਸਾਡੀ ਇਹ ਫਸਟ ਵੀਡੀਓ ਆ ਇਸ ਟੌਪਿਕ 'ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਦਾ ਬੇਸਿਕ ਵੱਧ ਤੋਂ ਵੱਧ ਈਜ਼ਲੀ ਸਮਝਾਉਣ ਦਾ ਅਤੇ ਸਮਝਣ ਦਾ ਯਤਨ ਕਰਾਂਗੇ। ਬਣੇ ਰਹੋ ਇਸ ਵੀਡੀਓ ਦੇ ਨਾਲ। ਹੁਣ ਅਸੀਂ ਸਟਾਰਟ ਕਰਦੇ ਹਾਂ ਇਸ ਚੈਪਟਰ ਨੂੰ। ਸਭ ਤੋਂ ਪਹਿਲਾਂ ਜਿਵੇਂ ਅਸੀਂ ਆਪਣੇ ਸਕੂਲ ਟਾਈਮ ਜਦੋਂ ਜਿੰਨੇ ਤੇ ਮੈਥ ਰੱਖਿਆ ਹੋਏਗਾ, ਮੈਥ 10th ਤੱਕ ਤਾਂ ਲਾਜ਼ਮੀ ਹੁੰਦਾ ਹੈ, ਸਾਰਿਆਂ ਨੇ ਰੱਖਿਆ ਹੀ ਹੋਏਗਾ। ਉਹਦੇ ਵਿੱਚ ਕੁਝ ਬੇਸਿਕ ਫਾਰਮੂਲੇ ਜਿਹੜੇ ਅਸੀਂ ਸਾਨੂੰ ਦਿਮਾਗ ਵਿੱਚ ਹੋਣ, ਯਾਦ ਹੋਣ, ਜਿਵੇਂ ਕਿ ਸਪੀਡ ਦਾ ਫਾਰਮੂਲਾ, ਸਪੀਡ ਕਿਵੇਂ ਕੱਢਦੇ ਸਾਂ ਕਿਸੇ ਚੀਜ਼ ਦੀ ਅਸੀਂ, ਜਿਵੇਂ ਸਪੀਡ ਨੂੰ ਕਹਿੰਦੇ ਆ ਚਾਲ ਜਾਂ ਗਤੀ। ਇਹਦਾ ਫਾਰਮੂਲਾ ਕੀ ਹੁੰਦਾ ਹੈ? ਡਿਸਟੈਂਸ ਅਪੋਨ ਟਾਈਮ। ਇਹਦਾ ਮਤਲਬ ਕੱਢਣ ਵਾਸਤੇ, ਸਪੀਡ ਕੱਢਣ ਲਈ ਅਸੀਂ ਜਿਹੜਾ ਉਹਦਾ ਡਿਸਟੈਂਸ ਹੁੰਦਾ ਸੀ, ਜਿਹੜੀ ਦੂਰੀ ਹੁੰਦੀ ਸੀ, ਉਹਨੂੰ ਸਮੇਂ ਨਾਲ ਅਸੀਂ ਭਾਗ ਦੇ ਦਿੰਦੇ ਹਾਂ, ਮਤਲਬ ਡਿਵਾਈਡ ਕਰ ਦਿੰਦੇ ਸਾਂ। ਸੈਕਿੰਡ ਫਾਰਮੂਲਾ ਜਿਹੜਾ ਇਸ ਫਸਟ ਫਾਰਮੂਲੇ ਤੋਂ ਹੀ ਡਰਾਈਵ ਹੁੰਦਾ ਹੈ। ਕਿਵੇਂ? ਡਿਸਟੈਂਸ ਨੂੰ ਉਸੇ ਜਗ੍ਹਾ 'ਤੇ ਰਹਿਣ ਦਿਓ, ਸਪੀਡ ਅਤੇ ਟਾਈਮ ਨੂੰ ਮਲਟੀਪਲਾਈ ਕਰ ਦਿਓ, ਮਤਲਬ ਦੂਰੀ ਨੂੰ ਉੱਥੇ ਰਹਿਣ ਦਿਓ। ਦੂਰੀ ਕੱਢਣ ਲਈ ਅਸੀਂ ਟਾਈਮ ਦੇ ਨਾਲ, ਸਮੇਂ ਦੇ ਨਾਲ ਸਪੀਡ ਯਾਨੀ ਕਿ ਚਾਲ ਦਾ ਗੁਣਾ ਕਰ ਦਿੰਦੇ ਸਾਂ, ਮਤਲਬ ਮਲਟੀਪਲਾਈ ਕਰ ਦਿੰਦੇ ਹਾਂ। ਟਾਈਮ ਕੱਢਣ ਲਈ ਡਿਸਟੈਂਸ ਨੂੰ ਸਪੀਡ ਦਾ ਭਾਗ ਦਿੰਦੇ ਹਾਂ, ਮਤਲਬ ਡਿਵਾਈਡ ਕਰਦੇ ਹਾਂ। ਸਮਾਂ ਕੱਢਣ ਲਈ ਅਸੀਂ ਦੂਰੀ ਬਟਾ ਚਾਲ। ਇਸ ਤਰ੍ਹਾਂ ਸਾਡੀ ਹੁਣ ਕੁਝ ਐਗਜ਼ਾਮਪਲ ਅਸੀਂ ਡਿਸਕਸ ਕਰ ਲੈਂਦੇ ਹਾਂ, ਜਿਹਦੇ ਨਾਲ ਸਾਨੂੰ ਜ਼ਿਆਦਾ ਸਮਝ ਆਏਗੀ। ਮੰਨ ਲਓ ਸਾਡੇ ਕੋਲ ਦੂਰੀ ਹੈਗੀ ਆ 100 ਕਿਲੋਮੀਟਰ, ਮਤਲਬ 100 ਕਿਲੋਮੀਟਰ ਦੀ ਦੂਰੀ ਆ ਸਾਡੇ ਕੋਲ, ਅਤੇ ਸਮਾਂ ਸਾਡੇ ਕੋਲ ਹੈ 2 ਆਵਰਸ ਦਾ, ਅਤੇ ਸਾਨੂੰ ਸਪੀਡ ਫਾਈਂਡ ਕਰਨ ਲਈ ਕਿਹਾ ਗਿਆ ਹੈ ਵੀ ਸਪੀਡ ਫਾਈਂਡ ਕਰਨੀ ਆ ਮੀਟਰ ਪਰ ਸੈਕਿੰਡ ਦੇ ਵਿੱਚ। ਸਭ ਤੋਂ ਪਹਿਲਾਂ ਹੁਣ ਅਸੀਂ ਕੀ ਕਰਨਾ ਹੈ? ਸਾਨੂੰ ਡਿਸਟੈਂਸ ਕੱਢਣ ਨੂੰ ਕਿਹਾ ਆ, ਡਿਸਟੈਂਸ ਦੇ ਕੇ ਸਾਨੂੰ ਟਾਈਮ ਦੇ ਕੇ ਸਾਨੂੰ ਸਪੀਡ ਕੱਢਣ ਨੂੰ ਕਿਹਾ ਆ। ਸਪੀਡ ਦਾ ਫਾਰਮੂਲਾ, ਫਸਟ ਫਾਰਮੂਲਾ ਸੀ ਕੀ ਸੀ? ਸਪੀਡ ਕੱਢਣ ਵਾਸਤੇ ਅਸੀਂ ਡਿਸਟੈਂਸ ਨੂੰ, ਟੋਟਲ ਡਿਸਟੈਂਸ ਨੂੰ ਟਾਈਮ ਦਾ ਭਾਗ ਦਿੰਦੇ ਸਾਂ, ਯਾਨੀ ਕਿ ਟਾਈਮ ਨਾਲ ਡਿਵਾਈਡ ਕਰਦੇ ਸਾਂ। ਸਾਡੇ ਕੋਲ ਡਿਸਟੈਂਸ ਸੀ 100 ਕਿਲੋਮੀਟਰ ਅਤੇ ਟਾਈਮ ਸੀ ਸਾਡੇ ਕੋਲ 2 ਕਿਲੋਮੀਟਰ, ਅਤੇ ਅਸੀਂ ਕੀ ਕੀਤਾ? 100 ਨੂੰ ਉੱਪਰ ਰੱਖ ਕੇ 2 ਦਾ ਡਿਵਾਈਡ ਕਰ ਦਿੱਤਾ, ਸਾਡੇ ਕੋਲ ਆ ਗਿਆ 50 ਕਿਲੋਮੀਟਰ ਪਰ ਆਵਰ। ਜੇ ਆਪਸ਼ਨ ਵਿੱਚ ਸਾਡੇ ਕੋਲ ਹੁੰਦਾ ਤਾਂ ਅਸੀਂ ਟਿਕ ਮਾਰ ਕੇ, ਮਤਲਬ ਸਹੀ ਕਰਕੇ ਅੱਗੇ ਚਲੇ ਜਾਂਦੇ। ਪਰ ਸਾਡੇ ਕੋਲ ਇੱਕ ਚੀਜ਼ ਧਿਆਨ ਰੱਖੋ, ਸਾਡੇ ਕੋਲ ਹੈ ਕਿਲੋਮੀਟਰ ਪਰ ਆਵਰ 'ਚ, ਪਰ ਸਾਨੂੰ ਪੁੱਛਿਆ ਕਾਹਦੇ 'ਚ ਆ? ਮੀਟਰ ਪਰ ਸੈਕਿੰਡ ਦੇ ਵਿੱਚ। ਅਸੀਂ ਖਾਸ ਗੱਲ ਧਿਆਨ ਰੱਖਣੀ ਜਿਹੜੀ ਇਸ ਕੁਐਸਚਨ ਵਿੱਚ ਸਮਝਣ ਵਾਲੀ ਸੀ ਵੀ ਜਦੋਂ ਸਾਨੂੰ ਮੀਟਰ ਸੈਕਿੰਡ ਵਿੱਚ ਪੁੱਛਿਆ ਤਾਂ ਅਸੀਂ ਆਨਸਰ ਵੀ ਮੀਟਰ ਸੈਕਿੰਡ ਵਿੱਚ ਹੀ ਦੇਣਾ ਹੈ। ਅਸੀਂ ਕੀ ਕਰਨਾ ਆ? ਜੋ ਸਾਡਾ ਆਨਸਰ ਆਇਆ ਆ 50 ਕਿਲੋਮੀਟਰ ਪਰ ਆਵਰ, ਇਹਨੂੰ ਮਲਟੀਪਲਾਈ ਕਰਨਾ ਆ, ਇੱਥੇ ਮਲਟੀਪਲਾਈ ਆ, ਇਹਨੂੰ ਮਲਟੀਪਲਾਈ ਕਰਨਾ ਆ 5/18 ਦੇ ਨਾਲ। ਸਾਡਾ ਆਨਸਰ ਕੀ ਆਏਗਾ? ਦਿਸ 125/9 ਮੀਟਰ ਪਰ ਸੈਕਿੰਡ ਸਾਡਾ ਇਹ ਆਨਸਰ ਆਇਆ। ਇੱਥੋਂ ਇਹ ਚੀਜ਼ ਸਮਝਣ ਵਾਲੀ ਸੀ, ਜਿਵੇਂ ਸਾਨੂੰ ਹੁਣ ਕਹਿ ਦੇਣ ਡਿਸਟੈਂਸ ਦੇ ਕੇ, ਸਪੀਡ ਦੇ ਕੇ ਅਤੇ ਟਾਈਮ ਕੱਢਣ ਨੂੰ ਕਹਿ ਦੇਣ, ਸੇਮ ਫਾਰਮੂਲਾ ਉਹੀ ਜੋ ਅਸੀਂ ਪਿੱਛੇ ਉੱਪਰ ਕਰਕੇ ਆਏ ਹਾਂ। 100 ਨੂੰ ਉੱਪਰ ਰੱਖਣਾ, 10 ਨਾਲ ਇਸ ਨੂੰ ਡਿਵਾਈਡ ਕਰਕੇ ਸਾਡਾ ਆਨਸਰ ਟਾਈਮ ਦਾ ਕੀ ਹੈਗਾ? 10 ਮਿੰਟ। ਪਰ ਸਾਨੂੰ ਟਾਈਮ ਪੁੱਛਿਆ ਹੁਣ ਇੱਥੇ ਆਵਰਸ ਦੇ ਵਿੱਚ, ਅਤੇ ਟਾਈਮ ਨੂੰ ਜਦੋਂ ਅਸੀਂ ਘੰਟਿਆਂ ਵਿੱਚ ਬਦਲਣਾ ਹੋਵੇ, ਮਿੰਟ ਨੂੰ ਅਸੀਂ ਕੀ ਕਰਦੇ ਹਾਂ? ਉਹਨੂੰ ਡਿਵਾਈਡ ਕਰਦੇ ਹਾਂ 100 ਦੇ ਨਾਲ। ਜਿਵੇਂ ਸਾਡੇ ਕੋਲ 10 ਮਿੰਟ ਆ, ਅਸੀਂ ਇਹਨੂੰ 60 ਨਾਲ ਡਿਵਾਈਡ ਕਰਾਂਗੇ, ਕਿਉਂਕਿ 1 ਘੰਟੇ ਦੇ ਵਿੱਚ 60 ਮਿੰਟ ਹੁੰਦੇ ਨੇ, ਅਤੇ ਇਸ ਕਰਕੇ ਅਸੀਂ 10 ਮਿੰਟਸ ਨੂੰ 60 ਦਾ ਭਾਗ ਦਿੱਤਾ, ਅਤੇ ਸਾਡੇ ਕੋਈ ਕੀ ਆਨਸਰ ਆ ਜਾਏਗਾ? 1/6 ਆਵਰਸ, ਮਤਲਬ 1 ਘੰਟੇ ਦਾ 6ਵਾਂ ਹਿੱਸਾ। ਹੋਪ ਤੁਹਾਨੂੰ ਇਹ ਚੀਜ਼ ਸਮਝ ਆ ਰਹੀ ਹੋਵੇਗੀ।
ਸੋ ਹੁਣ ਅਸੀਂ ਨੈਕਸਟ ਚੀਜ਼ ਜੋ ਯਾਦ ਰੱਖਣ ਵਾਲੀ ਹੈ ਇਸ ਚੈਪਟਰ ਵਿੱਚ ਸਭ ਤੋਂ ਇੰਪੋਰਟੈਂਟ, ਕਿ ਜਿਹੜੀ ਯੂਨਿਟ ਹੁੰਦੀ ਆ, ਜਿਵੇਂ ਕਿਲੋਮੀਟਰ ਵਿੱਚ ਸਾਨੂੰ ਕੋਈ ਚੀਜ਼ਾਂ ਦੇ ਦਿੱਤੀਆਂ, ਸਾਨੂੰ ਗਤੀ ਕਿਲੋਮੀਟਰ ਵਿੱਚ ਦਿੱਤੀ, ਪਰ ਆਨਸਰ ਸਾਨੂੰ ਪੁੱਛ ਲਿਆ ਉਹਨਾਂ ਨੇ ਮੀਟਰ ਪਰ ਸੈਕਿੰਡ ਦੇ ਵਿੱਚ, ਤਾਂ ਅਸੀਂ ਕਨਵਰਟ ਕਿਵੇਂ ਕਰਾਂਗੇ। ਸੋ ਸਟੂਡੈਂਟ, ਕਨਵਰਟ ਕਰਨਾ ਬਹੁਤ ਆਸਾਨ ਹੈ। ਜਿਵੇਂ ਅਸੀਂ ਕਿਲੋਮੀਟਰ ਨੂੰ ਮੀਟਰ ਸੈਕਿੰਡ ਵਿੱਚ ਚੇਂਜ ਕਰਨਾ ਹੋਵੇ, ਕਿਲੋਮੀਟਰ ਪਰ ਆਵਰ ਨੂੰ ਮੀਟਰ ਪਰ ਸੈਕਿੰਡ ਦੇ ਵਿੱਚ ਚੇਂਜ ਕਰਨਾ ਹੋਵੇ, ਤਾਂ ਅਸੀਂ ਮਲਟੀਪਲਾਈ ਕਰਦੇ ਹਾਂ 5/18। ਜਿਵੇਂ ਮਤਲਬ ਯਾਦ ਕਿਵੇਂ ਰੱਖਾਂਗੇ, ਜਿਵੇਂ ਅਸੀਂ ਮੀਟਰ ਸੈਕਿੰਡ ਨੂੰ ਕਿਲੋਮੀਟਰ ਵਿੱਚ ਚੇਂਜ ਕਰਨਾ ਹੋਵੇ, ਮੀਟਰ ਪਰ ਸੈਕਿੰਡ ਨੂੰ ਕਿਲੋਮੀਟਰ ਪਰ ਆਵਰ ਵਿੱਚ ਚੇਂਜ ਕਰਨ ਲਈ ਅਸੀਂ 18/5 ਨਾਲ ਮਲਟੀਪਲਾਈ ਕਰਦੇ ਹਾਂ। ਸੋ ਅਸੀਂ ਯਾਦ ਕਿਵੇਂ ਰੱਖਾਂਗੇ ਵੀ 18 ਕਿਹਦੇ ਨਾਲ ਆਉਣਾ ਹੈ ਉੱਪਰ ਅਤੇ 5 ਕਿਹਦੇ ਨਾਲ ਆਉਣਾ। ਤੁਸੀਂ ਇੱਕ ਚੀਜ਼ ਯਾਦ ਰੱਖਣੀ, ਜਦੋਂ ਅਸੀਂ ਵੱਡੇ ਤੋਂ ਛੋਟੇ ਵੱਲ ਜਾਣਾ, ਕਿਲੋਮੀਟਰ ਵੱਡਾ ਆ ਅਤੇ ਮੀਟਰ ਛੋਟਾ ਆ, ਜਦੋਂ ਅਸੀਂ ਵੱਡੇ ਤੋਂ ਛੋਟੇ ਵੱਲ ਜਾਣਾ ਆ, ਮਤਲਬ ਛੋਟੇ ਵੱਲ ਜਾ ਰਹੇ ਹਾਂ ਅਤੇ ਉੱਪਰ 5 ਆਏਗਾ, ਮਤਲਬ 5 18 ਨਾਲੋਂ ਹੀ ਛੋਟਾ ਆ। ਇਸੇ ਤਰ੍ਹਾਂ ਜਦੋਂ ਅਸੀਂ ਮੀਟਰ ਤੋਂ ਕਿਲੋਮੀਟਰ ਵੱਲ ਜਾਣਾ, ਅਸੀਂ ਮੀਟਰ ਨੂੰ ਕਿਲੋਮੀਟਰ ਵਿੱਚ ਚੇਂਜ ਕਰਨਾ ਆ, ਅਸੀਂ ਛੋਟੇ ਤੋਂ ਵੱਡੇ ਵੱਲ ਜਾ ਰਹੇ ਹਾਂ, ਵੱਡਾ 18 ਹੈ ਅਤੇ 18 ਉੱਪਰ ਆਏਗਾ। ਸੋ ਹੁਣ ਅਸੀਂ ਐਗਜ਼ਾਮਪਲ ਡਿਸਕਸ ਕਰਦੇ ਹਾਂ। ਐਗਜ਼ਾਮਪਲ ਕੀ ਆ, ਸਪੀਡ ਸਾਨੂੰ ਦਿੱਤੀ ਆ 36 ਕਿਲੋਮੀਟਰ ਪਰ ਆਵਰ, ਅਤੇ ਸਾਨੂੰ ਕਹਿ ਰਹੇ ਨੇ ਫਾਈਂਡ ਸਪੀਡ ਇਨ ਮੀਟਰ ਪਰ ਸੈਕਿੰਡ, ਵੀ ਸਪੀਡ ਫਾਈਂਡ ਕਰੋ ਮੀਟਰ ਪਰ ਸੈਕਿੰਡ ਦੇ ਵਿੱਚ। ਸੋ ਅਸੀਂ ਕੁਝ ਨਹੀਂ ਕਰਨਾ, ਸਿਰਫ ਅਸੀਂ ਕਿਵੇਂ ਜਾਣਾ, ਮੀਟਰ ਪਰ ਸੈਕਿੰਡ, ਯਾਨੀ ਵੱਡੇ ਤੋਂ ਛੋਟੇ ਵੱਲ ਜਾਣਾ। ਅਸੀਂ 5 ਉੱਪਰ ਰੱਖਣਾ, 18 ਥੱਲੇ ਰੱਖਣਾ। 36 ਮਲਟੀਪਲਾਈ 5/18, ਜਦੋਂ ਅਸੀਂ ਡਿਵਾਈਡ ਕਰਾਂਗੇ ਸਾਡਾ ਆਨਸਰ ਨਿਕਲ ਕੇ ਆ ਜਾਏਗਾ 10 ਮੀਟਰ ਪਰ ਸੈਕਿੰਡ। ਇਸੇ ਤਰ੍ਹਾਂ ਸਾਨੂੰ ਸਪੀਡ ਦਿੱਤੀ ਆ 10 ਮੀਟਰ ਪਰ ਸੈਕਿੰਡ ਦੇ ਵਿੱਚ, ਸਾਨੂੰ ਕਿਲੋਮੀਟਰ ਪਰ ਆਵਰ 'ਚ ਆਨਸਰ ਪੁੱਛ ਲਿਆ। ਅਸੀਂ ਕੀ ਕਰਨਾ, ਵੱਡੇ ਤੋਂ ਛੋਟੇ ਤੋਂ ਵੱਡੇ ਵੱਲ ਜਾਣਾ। ਸੋ ਵੱਡਾ 18 ਹੈ, 18 ਉੱਪਰ ਰੱਖਾਂਗੇ, 10 ਮਲਟੀਪਲਾਈ 18/5, ਜਦੋਂ ਅਸੀਂ ਮਲਟੀਪਲਾਈ ਕਰਾਂਗੇ ਤਾਂ ਸਾਡਾ ਆਨਸਰ ਨਿਕਲ ਕੇ ਆ ਜਾਏਗਾ 36 ਕਿਲੋਮੀਟਰ ਪਰ ਆਵਰ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ, ਸੋ ਤੁਸੀਂ ਇਹ ਯਾਦ ਰੱਖਣੀ ਆ। ਮੈਂ ਤੁਹਾਨੂੰ PDF ਵੀ ਪ੍ਰੋਵਾਈਡ ਕਰ ਦਾਂਗਾ, ਜੇ ਤੁਹਾਨੂੰ ਚਾਹੀਦੀ ਹੋਏਗੀ ਤੁਸੀਂ ਮੈਸੇਜ ਕਰ ਦਿਓ ਜਾਂ ਕੋਈ ਕਮੈਂਟ ਕਰਕੇ ਦੱਸ ਦਿਓ। ਸੋ ਨੈਕਸਟ ਟੋਪਿਕ ਜੋ ਕਨਸੈਪਟ ਹੈ ਸਾਡੇ ਕੋਲ, ਇਹ ਵੀ ਬਹੁਤ ਇੰਪੋਰਟੈਂਟ ਕਨਸੈਪਟ ਹੈ, ਕਿ ਜਦੋਂ ਦੋ ਟ੍ਰੇਨਾਂ ਜਾਂ ਦੋ ਗੱਡੀਆਂ ਜਾਂ ਕੋਈ ਵੀ ਦੋ ਆਬਜੈਕਟ ਕਿਸੇ ਓਪੋਜ਼ਿਟ ਡਾਇਰੈਕਸ਼ਨ ਤੋਂ ਆ ਰਹੇ ਹੋਣ, ਜਿਵੇਂ S1 ਜਿਹੜੀ ਆ ਇੱਕ ਟ੍ਰੇਨ ਆ, ਉਹ ਦੂਜੀ ਡਾਇਰੈਕਸ਼ਨ ਤੋਂ ਆ ਰਹੀ ਹੈ, ਇੱਕ ਦੂਜੀ ਤੋਂ ਆ ਰਹੀ ਹੈ, ਮਤਲਬ ਓਪੋਜ਼ਿਟ ਡਾਇਰੈਕਸ਼ਨ ਹੈ ਇਹਨਾਂ ਦੀ। ਜਦੋਂ ਇੱਦਾਂ ਦਾ ਕੋਈ ਚੀਜ਼ ਬਣਦੀ ਹੋਵੇ, ਅਸੀਂ ਸਪੀਡ ਕੀ ਕਰਦੇ ਹਾਂ, ਇਹਨਾਂ ਦੀ ਸਪੀਡ ਨੂੰ ਪਲੱਸ ਕਰਦੇ ਹਾਂ, ਜਿਹਨੇ ਕਿ ਰਿਲੇਟਿਵ ਸਪੀਡ ਆਪਾਂ ਕਹਿੰਦੇ ਹਾਂ। ਜਿਵੇਂ ਆਹ ਟ੍ਰੇਨ ਇੱਕ ਇੱਧਰੋਂ ਆ ਰਹੀ ਆ ਅਤੇ ਦੂਜੀ ਟ੍ਰੇਨ ਦੂਜੀ ਤਰਫ ਤੋਂ ਆ ਰਹੀ ਹੈ, ਜਦੋਂ ਟ੍ਰੇਨਾਂ ਵੱਖਰੇ ਤਰਫ ਤੋਂ ਆ ਰਹੀਆਂ ਹੋਣ ਉਦੋਂ ਅਸੀਂ ਸਪੀਡ ਨੂੰ ਪਲੱਸ ਕਰਦੇ ਹਾਂ। ਪਰ ਦੂਜੀ ਤਰਫ ਜਦੋਂ ਟ੍ਰੇਨ ਇੱਕੋ ਹੀ ਸਾਈਡ ਨੂੰ ਜਾ ਰਹੀ ਹੋਣ, ਉਹਨਾਂ ਦੀ ਡਾਇਰੈਕਸ਼ਨ ਸੇਮ ਹੋਵੇ, ਤਾਂ ਅਸੀਂ ਉਹਨਾਂ ਦੀ ਸਪੀਡ ਨੂੰ ਕੀ ਕਰਦੇ ਹਾਂ, ਮਾਈਨਸ ਕਰਦੇ ਹਾਂ। ਸੋ ਅਸੀਂ ਜ਼ਿਆਦਾ ਕਿਵੇਂ ਸਮਝਾਂਗੇ, ਜਿਵੇਂ ਇੱਥੇ ਇਸ ਐਗਜ਼ਾਮਪਲ ਦੇ ਵਿੱਚ ਅਸੀਂ ਦੇਖਦੇ ਹਾਂ, ਸਮਝਣ ਦਾ ਯਤਨ ਕਰਦੇ ਹਾਂ। ਦੋ ਗੱਡੀਆਂ ਨੇ, ਦੋਵਾਂ ਦੀ ਡਾਇਰੈਕਸ਼ਨ ਕੀ ਆ, ਵੱਖਰੀ ਆ, ਪਰ ਜਦੋਂ ਅਸੀਂ ਇਹਨਾਂ ਦਾ ਰਿਲੇਟਿਵ ਸਪੀਡ ਕੱਢਣੀ ਆ, ਇਹ ਜੋ ਕਨਸੈਪਟ ਹੈ ਰਿਲੇਟਿਵ ਸਪੀਡ ਦਾ ਆ, ਅਸੀਂ ਜਦੋਂ ਇਹਨਾਂ ਦੀ ਡਾਇਰੈਕਸ਼ਨ ਵੱਖਰੀ ਹੋਵੇ, ਚਾਹੇ ਤਾਂ ਇੱਕ ਦੂਜੇ ਦੇ ਵੱਲ ਮੂੰਹ ਹੋਵੇ, ਚਾਹੇ ਇੱਕ ਦੂਜੇ ਤੋਂ ਅਲੱਗ ਡਾਇਰੈਕਸ਼ਨ 'ਚ ਜਾ ਰਹੀਆਂ ਹੋਣ, ਤਾਂ ਅਸੀਂ ਇਹਨਾਂ ਦੀ ਸਪੀਡ ਨੂੰ ਪਲੱਸ ਕਰਦੇ ਹਾਂ। ਜਿਵੇਂ 25 ਮੀਟਰ ਸੈਕਿੰਡ ਇਹਦੀ ਸਪੀਡ ਹੈ, 25 ਮੀਟਰ ਪਰ ਸੈਕਿੰਡ ਇਹਦੀ ਸਪੀਡ ਹੈ, ਅਸੀਂ ਇਹਨਾਂ ਦੀ ਸਪੀਡ ਨੂੰ ਪਲੱਸ ਕੀਤਾ ਅਤੇ ਸਾਡਾ ਆਨਸਰ ਆ ਗਿਆ 50 ਮੀਟਰ ਪਰ ਸੈਕਿੰਡ। ਸੋ ਇਸੇ ਤਰ੍ਹਾਂ ਜੇ ਇਹਨਾਂ ਦੀ ਸਪੀਡ ਮਤਲਬ ਇੱਕੋ ਡਾਇਰੈਕਸ਼ਨ 'ਚ ਦੋਵੇਂ ਜਾ ਰਹੇ ਹੋਣ, ਜਿਵੇਂ ਇੱਕ ਕਾਰ ਦੀ ਸਪੀਡ ਹੈ 25 ਮੀਟਰ ਪਰ ਸੈਕਿੰਡ ਅਤੇ ਇੱਕ ਬੰਦਾ ਉਹਦੇ ਪਿੱਛੇ ਦੌੜ ਰਿਹਾ 3 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ, ਤਾਂ ਅਸੀਂ ਕੀ ਕਰਦੇ ਹਾਂ, ਇਹਨਾਂ ਦੀ ਸਪੀਡ ਨੂੰ ਮਾਈਨਸ ਕਰਦੇ ਹਾਂ। ਜਿਵੇਂ 25 ਚੋਂ 3 ਮਾਈਨਸ ਕਰਦੇ ਹਾਂ ਤਾਂ ਸਾਡਾ ਆਨਸਰ 22 ਨਿਕਲ ਕੇ ਆਉਂਦਾ ਆ। ਸੋ ਹੋਪ ਇਹ ਚੀਜ਼ ਵੀ ਤੁਹਾਨੂੰ ਸਮਝ ਆ ਗਈ ਹੋਏਗੀ। ਜਿਵੇਂ ਅਸੀਂ ਇੱਕ ਐਗਜ਼ਾਮਪਲ ਦੇਖਦੇ ਹਾਂ ਹੋਰ, ਕਹਿੰਦੇ ਵੀ ਦੋ ਟ੍ਰੇਨਸ ਨੇ ਜਿਹੜੇ ਇੱਕੋ ਡਾਇਰੈਕਸ਼ਨ 'ਚ ਜਾ ਰਹੀਆਂ ਨੇ, ਉਹਨਾਂ ਦੀ ਸਪੀਡ ਹੈ 50 ਕਿਲੋਮੀਟਰ ਪਰ ਆਵਰ ਅਤੇ ਦੂਜੀ ਟ੍ਰੇਨ ਦੀ ਸਪੀਡ ਹੈ 45 ਕਿਲੋਮੀਟਰ ਪਰ ਆਵਰ। ਕਹਿੰਦੇ ਇਹਨਾਂ ਦੀ ਰਿਲੇਟਿਵ ਸਪੀਡ ਜਿਹੜੀ ਆ ਉਹ ਫਾਈਂਡ ਕਰੋ। ਸੋ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਵੀ ਜਦੋਂ ਕੋਈ ਵੀ ਆਬਜੈਕਟ ਜਾਂ ਕੋਈ ਗੱਡੀ ਜਾਂ ਕੋਈ ਦੋ ਟ੍ਰੇਨਸ ਇੱਕੋ ਡਾਇਰੈਕਸ਼ਨ 'ਚ ਜਾ ਰਹੀਆਂ ਹੋਣ ਅਤੇ ਉਹਨਾਂ ਦੀ ਸਪੀਡ ਰਿਲੇਟਿਵ ਸਪੀਡ ਕੱਢਣ ਲਈ ਅਸੀਂ ਉਹਨਾਂ ਦੀ ਸਪੀਡ ਨੂੰ ਕੀ ਕਰਦੇ ਹਾਂ, ਮਾਈਨਸ ਕਰਦੇ ਹਾਂ। ਠੀਕ ਹੈ ਸਟੂਡੈਂਟਸ। ਅਤੇ ਦੂਜੀ ਤਰਫ ਜਦੋਂ ਉਹਨਾਂ ਦੀ
ਜਿਹੜੀ ਡਾਇਰੈਕਸ਼ਨ ਹੈ ਆਪੋਜ਼ਿਟ ਹੋਵੇ, ਮਤਲਬ ਇੱਕ ਦੂਜੇ ਦੀ ਡਾਇਰੈਕਸ਼ਨ ਮਤਲਬ ਉਹਨਾਂ ਦੀ ਆਪੋਜ਼ਿਟ ਹੋਵੇ, ਅਤੇ ਉਦੋਂ ਉਹਨਾਂ ਦੀ ਸਪੀਡ ਕੀ ਕਰਦੇ ਹਾਂ ਅਸੀਂ ਪਲੱਸ ਕਰਦੇ ਹਾਂ। ਜਿਵੇਂ ਇੱਥੇ ਅਸੀਂ ਕੀ ਕੀਤਾ, ਇੱਕ ਦੀ ਡਾਇਰੈਕਸ਼ਨ ਮਤਲਬ ਕੋਈ ਹੋਰ ਹੈ ਅਤੇ ਦੂਜੀ ਉਹਦੇ ਸਾਹਮਣਿਓਂ ਆ ਰਹੀ ਹੈ, ਅਤੇ ਇਹਨਾਂ ਦੀ ਮਤਲਬ ਡਾਇਰੈਕਸ਼ਨ ਸੇਮ ਨਹੀਂ ਹੈ, ਡਿਫਰੈਂਟ ਡਾਇਰੈਕਸ਼ਨ ਹੈ, ਅਤੇ ਇਸ ਕਰਕੇ ਇਹਨਾਂ ਦੀ ਸਪੀਡ ਨੂੰ ਰਿਲੇਟਿਵ ਸਪੀਡ ਕੱਢਣ ਲਈ ਅਸੀਂ ਪਲੱਸ ਕਰਦੇ ਹਾਂ। ਸੋ ਇਹਦਾ ਆਨਸਰ ਕੀ ਆ ਗਿਆ 70 ਕਿਲੋਮੀਟਰ ਪਰ ਆਵਰ। ਸੋ ਇਹ ਚੀਜ਼ ਬੜੀ ਤੁਸੀਂ ਧਿਆਨ ਨਾਲ ਆਪਣੇ ਦਿਮਾਗ ਵਿੱਚ ਬਿਠਾ ਲੈਣੀ ਹੈ, ਕਿਉਂਕਿ ਡਾਊਟ ਜਦੋਂ ਉੱਠਦੇ ਨੇ ਇਹਨਾਂ ਚੀਜ਼ਾਂ ਤੋਂ ਹੀ ਉੱਠਦੇ ਨੇ। ਅਤੇ ਜੇ ਤੁਸੀਂ ਇਹ ਵੀਡੀਓ ਧਿਆਨ ਨਾਲ ਦੇਖੋਗੇ, ਅਗਲੀਆਂ ਵੀਡੀਓ ਵੀ ਦੇਖੋਗੇ, ਕਦੀ ਡਾਊਟ ਤੁਹਾਡੇ ਕੋਲ ਖਾਸ ਕਰਕੇ ਇਸ ਟੋਪਿਕ ਦੇ ਵਿੱਚ ਤੁਹਾਡੇ ਕੋਲ ਕੋਈ ਡਾਊਟ ਨਹੀਂ ਰਹਿ ਜਾਏਗਾ। ਸੋ ਨੈਕਸਟ ਚੀਜ਼ ਹੈ, ਨੈਕਸਟ ਕਨਸੈਪਟ ਹੈ, ਜਦੋਂ ਕੋਈ ਟ੍ਰੇਨ ਕਿਸੇ ਪੋਲ ਨੂੰ ਕ੍ਰੋਸ ਕਰਦੀ ਆ, ਜਿਵੇਂ ਤੁਹਾਨੂੰ ਪਹਿਲਾਂ ਕੁਐਸਚਨ ਪੁੱਛਿਆ, ਤੁਹਾਨੂੰ ਮੈਂ ਪੁੱਛਾਂ ਵੀ ਇੱਕ ਟ੍ਰੇਨ ਹੈ ਜਿਹਦੀ ਲੰਬਾਈ 120 ਮੀਟਰ ਹੈ ਅਤੇ ਉਹ ਇੱਕ ਪੋਲ ਨੂੰ 10 ਸੈਕਿੰਡ ਵਿੱਚ ਕ੍ਰੋਸ ਕਰਦੀ ਹੈ, ਅਤੇ ਮੈਂ ਤੁਹਾਨੂੰ ਪੁੱਛਾਂ ਸਪੀਡ ਕੀ ਆ ਟ੍ਰੇਨ ਦੀ, ਤੁਸੀਂ ਕਿਵੇਂ ਕੱਢੋਗੇ? ਕਿਉਂਕਿ ਤੁਹਾਨੂੰ ਡਿਸਟੈਂਸ, ਤੁਸੀਂ ਕਹੋਗੇ ਡਿਸਟੈਂਸ ਤਾਂ ਸਾਨੂੰ ਦਿੱਤਾ ਹੀ ਨਹੀਂ, ਅਸੀਂ ਕੱਢਾਂਗੇ ਕਿਵੇਂ? ਕਿਉਂਕਿ ਸਪੀਡ ਦਾ ਫਾਰਮੂਲਾ ਹੁੰਦਾ ਆ ਡਿਸਟੈਂਸ ਅਪੋਨ ਟਾਈਮ, ਅਤੇ ਕਿਵੇਂ ਕੱਢੋਗੇ? ਅਤੇ ਇੱਥੇ ਟੋਪਿਕ ਸਾਡਾ ਕਹਿੰਦਾ ਆ ਵੀ ਜਦੋਂ ਵੀ ਕੋਈ ਟ੍ਰੇਨ, ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿਖਾਉਣਾ ਹੈ, ਉੱਥੋਂ ਤੁਹਾਨੂੰ ਜ਼ਿਆਦਾ ਸਮਝ ਆਏਗਾ। ਜਿਵੇਂ ਆਹ ਟ੍ਰੇਨ ਹੈ, ਇਹਦੀ ਲੈਂਥ L ਆ, ਅਤੇ ਇਹਨੇ ਕਿਸੇ ਸਿਗਨਲ ਪੋਸਟ ਨੂੰ ਜਾਂ ਕਿਸੇ ਜੋ ਮੈਨ ਖੜ੍ਹਾ ਆ ਉਹਨੂੰ ਕ੍ਰੋਸ ਕਰਨਾ ਹੋਵੇ, ਜਾਂ ਟੈਲੀਫੋਨ ਬੂਥ ਨੂੰ ਕ੍ਰੋਸ ਕਰਨਾ ਹੋਵੇ, ਜਦੋਂ ਵੀ ਟ੍ਰੇਨ ਦੇ ਨਾਲ ਇਹੋ ਜਿਹੀ ਚੀਜ਼ ਹੋਵੇ ਜਿਹੜੀ ਕਿਸੇ ਬੂਥ ਨੂੰ, ਕਿਸੇ ਇਨਸਾਨ ਨੂੰ, ਜਾਂ ਕਿਸੇ ਪੋਲ ਨੂੰ, ਜਾਂ ਕਿਸੇ ਪੋਸਟ ਨੂੰ ਕਿ ਇੰਨੇ ਸੈਕਿੰਡ ਵਿੱਚ ਕ੍ਰੋਸ ਕਰਦੀ ਆ, ਅਤੇ ਜੋ ਕਿੰਨਾ ਡਿਸਟੈਂਸ ਕਵਰ ਕਰਦੀ ਹੈ ਟ੍ਰੇਨ, ਜਿੰਨੀ ਟ੍ਰੇਨ ਦੀ ਆਪਣੀ ਲੈਂਥ ਹੁੰਦੀ ਆ ਨਾ, ਟ੍ਰੇਨ ਓਨਾ ਹੀ ਡਿਸਟੈਂਸ ਕਵਰ ਕਰਦੀ ਆ। ਸੋ ਅਸੀਂ ਡਿਸਟੈਂਸ ਉੱਥੇ ਉਹੀ ਲੈਣਾ ਹੈ ਜੋ ਟ੍ਰੇਨ ਦਾ ਸਾਨੂੰ ਟ੍ਰੇਨ ਦੀ ਜੋ ਲੈਂਥ ਦਿੱਤੀ ਹੁੰਦੀ ਹੈ ਨਾ, ਉਹੀ ਸਾਡੇ ਵਾਸਤੇ ਡਿਸਟੈਂਸ ਹੋ ਜਾਂਦਾ ਹੈ। ਜਿਵੇਂ ਕਿ ਹੁਣ ਅਸੀਂ ਕੁਐਸਚਨ 'ਤੇ ਪਿੱਛੇ ਜਾਂਦੇ ਹਾਂ, ਜਿਵੇਂ ਕਿ ਇੱਥੇ ਸਾਨੂੰ ਇਸ ਐਗਜ਼ਾਮਪਲ ਦੇ ਵਿੱਚ ਅਸੀਂ ਦੇਖੀਏ, ਸਾਨੂੰ ਲੈਂਥ ਦਿੱਤੀ ਆ 120 ਮੀਟਰ ਲੌਂਗ, ਅਤੇ ਕਹਿੰਦੇ ਕਿਸੇ ਪੋਲ ਨੂੰ 10 ਸੈਕਿੰਡ ਵਿੱਚ ਕ੍ਰੋਸ ਕਰ ਲੈਂਦੀ ਆ, ਅਤੇ ਸਾਨੂੰ ਸਪੀਡ ਪੁੱਛ ਲਈ ਆ ਉਹਦੀ। ਅਤੇ ਹੁਣ ਸਾਡੀ ਜਿਹੜੀ ਟ੍ਰੇਨ ਹੈ ਉਹਨੇ ਕਿੰਨਾ ਡਿਸਟੈਂਸ ਕਵਰ ਕੀਤਾ ਆ। ਹੁਣ ਅਸੀਂ ਡਿਸਟੈਂਸ ਸਪੀਡ ਕੱਢਣ ਲਈ ਅਸੀਂ ਕੀ ਕਰਾਂਗੇ, ਅਸੀਂ ਜਿਹੜਾ ਟ੍ਰੇਨ ਦੀ ਤੁਹਾਨੂੰ ਦੱਸਿਆ, ਜਿਵੇਂ ਵੀ ਟ੍ਰੇਨ ਦੀ ਲੈਂਥ ਹੁੰਦੀ ਆ, ਉਹੀ ਡਿਸਟੈਂਸ ਉਹ ਕਵਰ ਕਰਦੀ ਆ ਕਿਸੇ ਪੋਲ ਨੂੰ, ਕਿਸੇ ਟੈਲੀਫੋਨ ਬੂਥ ਨੂੰ, ਜਾਂ ਕਿਸੇ ਮੈਨ ਨੂੰ। ਹੁਣ ਤੁਹਾਨੂੰ ਕੋਈ ਵੀ ਸਵਾਲ ਇੱਦਾਂ ਦਾ ਕੁਐਸਚਨ ਆ ਜਾਏਗਾ, ਤੁਸੀਂ ਸੋਲਵ ਕਰ ਸਕਦੇ ਹੋ ਵੀ ਹੁਣ ਟ੍ਰੇਨ ਦੀ ਜੋ ਲੈਂਥ ਹੈ ਉਹ ਸਾਡੇ ਵਾਸਤੇ ਡਿਸਟੈਂਸ ਹੋ ਜਾਂਦੀ ਆ। ਜਿਵੇਂ ਇੱਥੇ ਲਿਖਿਆ ਡਿਸਟੈਂਸ ਕਵਰਡ ਬਾਈ ਟ੍ਰੇਨ, ਕਿੰਨਾ ਡਿਸਟੈਂਸ ਕਵਰ ਕਰਦੀ ਆ, ਆਪਣੀ ਲੈਂਥ ਦਾ ਜਿੰਨਾ ਡਿਸਟੈਂਸ ਹੁੰਦਾ, ਜਿੰਨੀ ਲੈਂਥ ਲੰਮੀ ਹੁੰਦੀ ਆ ਉਹੀ ਡਿਸਟੈਂਸ ਉਹ ਕਵਰ ਕਰਦੀ ਆ। ਸਪੀਡ ਕੱਢਣ ਲਈ ਸਾਡੇ ਕੋਲ 120 ਕੀ ਹੋ ਜਾਏਗਾ ਡਿਸਟੈਂਸ, ਜੋ ਟਾਈਮ ਦਿੱਤਾ ਉਹ ਥੱਲੇ ਹੋ ਜਾਏਗਾ। ਇਹ ਸਾਡੇ ਕੋਲ ਆਇਆ ਮੀਟਰ ਪਰ ਸੈਕਿੰਡ ਵਿੱਚ ਆਨਸਰ 12 ਮੀਟਰ ਪਰ ਸੈਕਿੰਡ। ਹੋਪ ਤੁਹਾਨੂੰ ਸਮਝ ਆ ਗਈ ਹੋਵੇਗੀ। ਸੇਮ ਰੂਲ ਅਪਲਾਈ ਕਰਦਾ ਹੈ ਜਦੋਂ ਕਿਸੇ ਪੋਲ ਨੂੰ, ਕਿਸੇ ਮੈਨ ਨੂੰ, ਕਿਸੇ ਟਰੀ ਨੂੰ, ਜਾਂ ਕਿਸੇ ਬੂਥ ਨੂੰ ਟ੍ਰੇਨ ਕਵਰ ਕਰੇ। ਹੋਪ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਵੇਗੀ। ਹੁਣ ਨੈਕਸਟ ਕਨਸੈਪਟ ਹੈ ਜੋ ਇਹ ਮੈਂ ਕੱਲ੍ਹ ਪਰਸੋਂ ਹੀ ਕੁਝ ਐਗਜ਼ਾਮ, ਪਿਛਲੇ ਪ੍ਰੀਵੀਅਸ ਜਿਹੜੇ ਪੰਜਾਬ ਦੇ ਐਗਜ਼ਾਮ ਹੋਏ ਸੀ ਉਹਦੇ 'ਚੋਂ ਮੈਂ ਕੁਐਸਚਨ ਦੇਖ ਰਿਹਾ ਸੀ, ਤਾਂ ਐਵਰੇਜ 'ਤੇ ਬਹੁਤ ਜ਼ਿਆਦਾ ਕੁਐਸਚਨ ਪੁੱਛੇ ਗਏ ਸਨ ਵੀ ਤੁਹਾਨੂੰ 2 ਸਪੀਡ ਦੇ ਦਿੱਤੀ, ਉਹਦੇ ਲਈ ਇਹ ਪੁੱਛਿਆ ਸੀ ਵੀ ਐਵਰੇਜ ਸਪੀਡ ਦੱਸੋ। ਹੁਣ ਐਵਰੇਜ ਸਪੀਡ ਅਸੀਂ ਕਿਵੇਂ ਕੱਢਦੇ ਹਾਂ? ਵੇਖੋ, ਐਵਰੇਜ ਸਪੀਡ ਦਾ ਫਾਰਮੂਲਾ ਹੁੰਦਾ ਹੈ ਟੋਟਲ ਡਿਸਟੈਂਸ ਅਪੋਨ ਟੋਟਲ ਟਾਈਮ। ਟੋਟਲ ਕਿੰਨਾ ਡਿਸਟੈਂਸ ਉਹਨੇ ਕਵਰ ਕੀਤਾ ਆ, ਅਤੇ ਟਾਈਮ ਵੀ ਕਿੰਨਾ ਉਹਨੂੰ ਟੋਟਲ ਟਾਈਮ ਲੱਗਾ। ਹੁਣ ਅਸੀਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਸਮਝ ਕੇ ਦੇਖਦੇ ਹਾਂ ਵੀ ਅਸੀਂ ਕਿਵੇਂ ਸੋਲਵ ਕਰਾਂਗੇ। ਜਿਵੇਂ ਸਾਨੂੰ ਕੁਐਸਚਨ ਹੈ ਇੱਥੇ, ਇਹ ਟ੍ਰੇਨ ਟਰੈਵਲ ਇਹ ਡਿਸਟੈਂਸ ਆਫ 100 ਕਿਲੋਮੀਟਰ ਇਨ 2 ਆਵਰਸ। ਕਹਿੰਦੇ ਕੋਈ ਟ੍ਰੇਨ ਹੈ ਉਹ 100 ਕਿਲੋਮੀਟਰ 2 ਘੰਟਿਆਂ ਵਿੱਚ ਟਰੈਵਲ ਕਰ ਜਾਂਦੀ ਆ। ਕਹਿੰਦੇ ਇਹ ਟ੍ਰੇਨ ਬੀ, ਜਿਹੜੀ ਦੂਜੀ ਟ੍ਰੇਨ ਹੈ, ਉਹ ਟਰੈਵਲ ਡਿਸਟੈਂਸ ਆਫ 200 ਕਿਲੋਮੀਟਰ ਇਨ 3 ਆਵਰਸ। ਕਹਿੰਦੇ ਜਿਹੜੀ ਦੂਜੀ ਟ੍ਰੇਨ ਹੈ ਉਹ ਡਿਸਟੈਂਸ ਕਵਰ ਕਰਦੀ ਆ 200 ਕਿਲੋਮੀਟਰ ਦਾ 3 ਘੰਟੇ 'ਚ। ਹੁਣ ਸਾਨੂੰ ਪੁੱਛ ਲਿਆ ਵੀ ਐਵਰੇਜ ਸਪੀਡ ਦੱਸੋ ਇਹਦੀ, ਵੀ ਐਵਰੇਜ ਸਪੀਡ ਕੀ ਹੋ ਸਕਦੀ ਦੋਨਾਂ ਟ੍ਰੇਨਾਂ ਦੀ। ਅਸੀਂ ਹੁਣ ਕਿਵੇਂ ਕੱਢਾਂਗੇ? ਪਹਿਲਾਂ ਤਾਂ ਅਸੀਂ ਟੋਟਲ ਡਿਸਟੈਂਸ ਲਵਾਂਗੇ। ਕਿੰਨਾ ਟੋਟਲ ਡਿਸਟੈਂਸ ਹੈ ਸਾਡੇ ਕੋਲ? 100 ਸੀ ਟ੍ਰੇਨ ਪਹਿਲੀ ਦਾ, ਅਤੇ 200 ਸੀ ਸੈਕਿੰਡ ਟ੍ਰੇਨ ਦਾ, ਇਹ ਹੋ ਗਿਆ 300। ਅਤੇ ਸਾਡੇ ਕੋਲ ਟਾਈਮ ਕਿੰਨਾ ਸੀ? ਪਹਿਲੀ ਟ੍ਰੇਨ ਲਾਉਂਦੀ ਸੀ 2 ਘੰਟੇ, ਅਤੇ ਦੂਜੀ ਟ੍ਰੇਨ ਨੇ ਲਾਏ 3 ਘੰਟੇ, ਟੋਟਲ ਹੋ ਗਿਆ 5 ਘੰਟੇ। ਅਤੇ ਸਾਡੇ ਕੋਲ ਐਵਰੇਜ ਸਪੀਡ ਕੀ ਨਿਕਲ ਕੇ ਆ ਗਈ? ਸਾਡੇ ਕੋਲ ਐਵਰੇਜ ਸਪੀਡ ਨਿਕਲ ਕੇ ਆ ਗਈ 60 ਕਿਲੋਮੀਟਰ ਪਰ ਆਵਰ। ਸੋ ਇਹ ਤਾਂ ਸੀ ਇੱਕ ਚੀਜ਼।
ਹੁਣ ਦੂਜੀ ਚੀਜ਼ ਕਹਿੰਦੇ ਐਵਰੇਜ ਸਪੀਡ ਜਦੋਂ ਡਿਸਟੈਂਸ ਇਕੁਅਲ ਹੋਵੇ। ਇੱਥੇ ਤੇ ਡਿਸਟੈਂਸ ਜਦੋਂ ਡਿਸਟੈਂਸ ਡਿਫਰੈਂਟ ਹੋਵੇ ਉਦੋਂ ਅਸੀਂ ਸਿੱਧਾ ਇਦਾਂ ਕੱਢ ਲੈਂਦੇ ਹਾਂ, ਜਿਵੇਂ ਇੱਕ ਟ੍ਰੇਨ ਨੇ 100 ਕਿਲੋਮੀਟਰ ਦੂਜੀ ਨੇ 200 ਗਈ ਸੀ, ਇਸ ਕਰਕੇ ਅਸੀਂ ਸਿੰਪਲ ਇਹ ਫਾਰਮੂਲਾ ਲਾਤਾ। ਪਰ ਜਦੋਂ ਡਿਸਟੈਂਸ ਸੇਮ ਹੋਵੇ ਤੇ ਸਾਨੂੰ ਐਵਰੇਜ ਸਪੀਡ ਅਸੀਂ ਕੱਢਣੀ ਹੋਵੇ ਤਾਂ ਅਸੀਂ ਕਿਵੇਂ ਕੱਢਦੇ ਹਾਂ, ਉਹਦੇ ਲਈ ਸਾਡੇ ਕੋਲ ਆਹ ਫਾਰਮੂਲਾ ਹੁੰਦਾ ਆ, ਮਤਲਬ 2S1 ਮਤਲਬ ਸਪੀਡ ਆਫ ਫਸਟ ਟ੍ਰੇਨ ਤੇ S2 ਸਪੀਡ ਆਫ ਸੈਕਿੰਡ ਵਹੀਕਲ ਮਤਲਬ ਟ੍ਰੇਨ ਕੋਈ ਵੀ ਗੱਡੀ ਜਾਂ ਕੁਝ ਵੀ ਚੀਜ਼ ਹੋ ਸਕਦੀ, ਟਰੱਕ ਹੋ ਸਕਦਾ ਆ। ਸੋ ਇਹ ਫਾਰਮੂਲਾ ਤੁਸੀਂ ਯਾਦ ਕਰ ਲੈਣਾ ਆ, 2 × S1 × S2 S1 + S2 ਮਤਲਬ ਇਹ ਦੋਵਾਂ ਸਪੀਡਾਂ ਨੂੰ ਮਲਟੀਪਲਾਈ ਕਰਕੇ 2 ਨਾਲ ਮਲਟੀਪਲਾਈ ਕਰ ਦੇਣਾ, ਦੋਨਾਂ ਸਪੀਡ ਜਿਹੜੀਆਂ ਉਹ ਦਿੱਤੀਆਂ ਹੋਣਗੀਆਂ ਅਤੇ ਉਹਨਾਂ ਦਾ ਪਲੱਸ ਕਰਕੇ ਉਹਨਾਂ ਨੂੰ ਮਤਲਬ ਉਹਦੇ ਨਾਲ ਭਾਗ ਦੇ ਦੇਣਾ, ਮਤਲਬ ਡਿਵਾਈਡ ਕਰ ਦੇਣਾ। ਇਹ ਫਾਰਮੂਲਾ ਤੁਸੀਂ ਯਾਦ, ਹੁਣ ਐਗਜ਼ਾਮਪਲ ਇਹਦੇ 'ਤੇ ਵੀ ਅਸੀਂ ਦੇਖਦੇ ਹਾਂ ਤਾਂ ਜੋ ਤੁਹਾਡੇ ਦਿਮਾਗ ਵਿੱਚ ਇਹ ਚੀਜ਼ ਬਹਿ ਜਾਵੇ। ਸੋ ਸਾਡੇ ਕੋਲ ਜਿਵੇਂ ਇੱਥੇ ਦਿੱਤਾ ਹੋਇਆ ਆ, ਕਹਿੰਦੇ ਰਾਮ ਟਰੈਵਲਸ ਹਾਫ ਡਿਸਟੈਂਸ ਆਫ ਹਿਜ਼ ਜਰਨੀ ਬਾਈ ਟ੍ਰੇਨ ਐਟ ਏ ਸਪੀਡ ਆਫ 120 ਕਿਲੋਮੀਟਰ ਐਂਡ ਰੈਸਟ ਹਾਫ ਬਾਈ ਕਾਰ ਐਟ 80 ਕਿਲੋਮੀਟਰ। ਕਹਿੰਦੇ ਰਾਮ ਜਿਹੜਾ ਆ ਉਹ ਆਪਣੀ ਜਰਨੀ ਦਾ ਹਾਫ ਡਿਸਟੈਂਸ ਹੈ ਜਿਹੜਾ ਉਹ ਤਾਂ ਟ੍ਰੇਨਾਂ ਮਤਲਬ ਕਵਰ ਤੈਅ ਕਰਦਾ ਆ, ਉਹਦੀ ਸਪੀਡ ਆ 120 ਕਿਲੋਮੀਟਰ ਪਰ ਆਵਰ, ਅਤੇ ਜਿਹੜੀ ਉਹਦਾ ਮਤਲਬ ਹਾਫ ਡਿਸਟੈਂਸ 'ਤੇ ਉਹਨੇ ਕਵਰ ਕਰ ਲਿਆ, ਜਿਹੜਾ ਹਾਫ ਡਿਸਟੈਂਸ ਰਹਿੰਦਾ ਆ ਉਹ ਕਾਰ ਨਾਲ ਕਰਦਾ ਆ, ਉਹਦੀ ਸਪੀਡ ਹੈ 80 ਕਿਲੋਮੀਟਰ ਪਰ ਆਵਰ। ਕਹਿੰਦੀ ਐਵਰੇਜ ਸਪੀਡ ਦੱਸੋ। ਹੁਣ ਭਾਵੇਂ ਇੱਕ ਟ੍ਰੇਨ ਆ ਅਤੇ ਇੱਕ ਕਾਰ ਆ, ਪਰ ਡਿਸਟੈਂਸ ਉਹਨੇ ਅੱਧਾ ਕਵਰ ਕੀਤਾ, ਮਤਲਬ ਡਿਸਟੈਂਸ ਸੇਮ ਹੋ ਗਿਆ ਸਾਡੇ ਕੋਲ, ਸਪੀਡ ਵੀ ਵੱਖਰੀ ਵੱਖਰੀ ਹੋ ਗਈ। ਅਸੀਂ ਕੀ ਕਰਾਂਗੇ, ਦੋਨਾਂ ਸਪੀਡਾਂ ਨੂੰ 2 ਨਾਲ ਮਲਟੀਪਲਾਈ ਕਰ ਦਾਂਗੇ, 2 × ਸਪੀਡ ਆਫ ਟ੍ਰੇਨ × ਸਪੀਡ ਆਫ ਕਾਰ, ਫਿਰ ਇਹਨਾਂ ਨਾਲ ਡਿਵਾਈਡ ਅਸੀਂ ਕਿਹਦੇ ਨਾਲ ਕਰਨਾ ਆ, ਕਾਰ ਦੀ ਸਪੀਡ ਅਤੇ ਟ੍ਰੇਨ ਦੀ ਸਪੀਡ ਨਾਲ, ਅਤੇ ਸਾਡੇ ਕੋਲ ਆਨਸਰ ਨਿਕਲ ਕੇ ਆ ਗਿਆ 96 ਕਿਲੋਮੀਟਰ ਪਰ ਆਵਰ। ਸੋ ਇਵੇਂ ਕੱਢਣੀ ਹੈ ਅਸੀਂ ਸਪੀਡ। ਇਹ ਵੀ ਹੋਪ ਤੁਹਾਨੂੰ ਇਹ ਕਨਸੈਪਟ ਵੀ ਸਮਝ ਆ ਗਿਆ ਹੋਵੇਗਾ। ਸੋ ਨੈਕਸਟ ਕੰਸੈਪਟ ਹੈ ਜੋ ਇਹ SSC ਦਾ ਬੜਾ ਪਿਆਰਾ ਕੰਸੈਪਟ ਹੈ, ਕਿਉਂਕਿ SSC ਵਿੱਚ ਇਹਦੇ 'ਤੇ ਬਹੁਤ ਜ਼ਿਆਦਾ ਕੁਐਸਚਨ ਵੇਖਣ ਨੂੰ ਮਿਲਦੇ ਨੇ। ਕਹਿੰਦੇ ਨੇ ਦੋ ਟ੍ਰੇਨ ਨੇ, ਇੱਕ ਟ੍ਰੇਨ A ਆ ਅਤੇ ਇੱਕ ਟ੍ਰੇਨ B ਆ, ਦੋਵੇਂ ਓਪੋਜ਼ਿਟ ਡਾਇਰੈਕਸ਼ਨ ਤੋਂ ਚੱਲ ਰਹੀਆਂ ਨੇ, ਅਤੇ ਇੱਕ ਦੀ ਸਪੀਡ S1 ਹੈ ਅਤੇ ਇੱਕ ਦੀ ਸਪੀਡ S2 ਆ, ਅਤੇ ਕੁਝ ਡਿਸਟੈਂਸ D ਸਾਨੂੰ ਉਹਦੇ ਵਿੱਚ ਦਿੱਤਾ ਆ, ਅਤੇ ਸਾਨੂੰ ਪੁੱਛ ਲੈਂਦੇ ਨੇ ਵੀ ਇਹ ਕਦੋਂ ਮਿਲਦੀਆਂ ਨੇ ਇੱਕ ਦੂਜੇ ਨੂੰ, ਮਤਲਬ ਇੱਕ ਦੂਜੇ ਨੂੰ ਕ੍ਰੋਸ ਕਦੋਂ ਕਰਨਗੀਆਂ। ਸੋ ਇਹਦੇ ਲਈ ਫਾਰਮੂਲਾ ਹੁੰਦਾ ਹੈ ਡਿਸਟੈਂਸ ਅਪੋਨ S1 + S2, ਡਿਸਟੈਂਸ ਅਪੋਨ S1 + S2। ਇਹ ਫਾਰਮੂਲਾ ਤੁਸੀਂ ਰੱਟ ਲੈਣਾ ਹੈ, ਯਾਦ ਕਰ ਲੈਣਾ, ਸਮਝ ਲੈਣਾ, ਦਿਮਾਗ 'ਚ ਬਿਠਾ ਲੈਣਾ। ਹੁਣ ਇੱਕ ਐਗਜ਼ਾਮਪਲ ਅਸੀਂ ਇਹਦੇ 'ਤੇ ਵੀ ਕਰਾਂਗੇ ਤਾਂ ਜੋ ਤੁਹਾਡੇ ਦਿਮਾਗ ਵਿੱਚ ਪੂਰੀ ਤਰ੍ਹਾਂ ਬੈਠ ਜਾਵੇ। ਮੰਨ ਲਓ ਵੀ ਟ੍ਰੇਨ A ਆ ਅਤੇ ਟ੍ਰੇਨ B ਆ, ਇੱਕ ਦੂਜੇ ਵਾਲੇ ਆ ਰਹੀਆਂ ਨੇ, ਦੋਨਾਂ ਦੀ ਸਪੀਡ ਹੈ, ਇੱਕ ਦੀ ਸਪੀਡ 40 ਕਿਲੋਮੀਟਰ ਪਰ ਆਵਰ ਹੈ ਅਤੇ ਦੂਜੀ ਦੀ ਸਪੀਡ 60 ਕਿਲੋਮੀਟਰ ਪਰ ਆਵਰ ਹੈ। ਜੇ ਇਹਨਾਂ ਦੇ ਵਿੱਚ ਸਾਨੂੰ ਡਿਸਟੈਂਸ 1000 ਕਿਲੋਮੀਟਰ ਦਿੱਤਾ ਆ ਅਤੇ ਸਾਨੂੰ ਪੁੱਛ ਰਹੇ ਨੇ ਵੀ ਕਿੰਨੇ ਟਾਈਮ 'ਚ ਮਿਲ ਜਾਣਗੀਆਂ ਇੱਕ ਦੂਜੇ ਨੂੰ। ਸੋ ਅਸੀਂ ਕੀ ਕਰਨਾ ਆ, ਸਾਡੇ ਕੋਲ ਮੀਟਿੰਗ ਟਾਈਮ ਕੱਢਣ ਵਾਸਤੇ ਫਾਰਮੂਲਾ ਹੈ D/S1 + S2। ਅਸੀਂ D ਸਾਨੂੰ ਦਿੱਤਾ ਹੈ 100 ਕਿਲੋਮੀਟਰ, ਅਤੇ ਸਾਨੂੰ ਜੋ ਸਪੀਡ 1 ਦਿੱਤੀ ਆ ਉਹ 40 ਕਿਲੋਮੀਟਰ ਹੈ ਅਤੇ ਦੂਜੀ ਸਪੀਡ ਦਿੱਤੀ ਹੈ 60 ਕਿਲੋਮੀਟਰ। ਅਸੀਂ ਇਹਦੇ ਨਾਲ ਜਦੋਂ 100 ਆ ਜਾਣਾ 1000 / 100, ਜਦੋਂ ਅਸੀਂ ਇਹਨੂੰ ਸੋਲਵ ਕਰਾਂਗੇ ਸਾਡੇ ਕੋਲ ਆਨਸਰ ਨਿਕਲ ਕੇ ਆਏ ਨਾ 10 ਆਵਰਸ, ਮਤਲਬ 10 ਘੰਟੇ ਬਾਅਦ ਇਹ ਇੱਕ ਦੂਜੇ ਨੂੰ ਮਿਲਣਗੀਆਂ। ਸੋ ਇਸੇ ਤਰ੍ਹਾਂ ਸੈਕਿੰਡ ਕੰਸੈਪਟ ਇਹਦਾ ਹੀ ਦੂਜਾ ਕੰਸੈਪਟ, ਜੇ ਟ੍ਰੇਨਾਂ ਦੀ ਡਾਇਰੈਕਸ਼ਨ ਸੇਮ ਹੋਵੇ, ਜੇ ਟ੍ਰੇਨ ਦੀ ਡਾਇਰੈਕਸ਼ਨ ਸੇਮ ਹੋਵੇ, ਟ੍ਰੇਨ A ਅਤੇ ਟ੍ਰੇਨ B ਦੋਨੇ ਇੱਕੋ ਡਾਇਰੈਕਸ਼ਨ 'ਚ ਜਾ ਰਹੀਆਂ ਨੇ, ਡਿਸਟੈਂਸ ਇਹਨਾਂ ਦੇ ਵਿੱਚ ਵੀ ਸੇਮ ਆ, ਪਰ ਇਹਨਾਂ ਦੀ ਡਾਇਰੈਕਸ਼ਨ ਓਪੋਜ਼ਿਟ ਆ, ਮਤਲਬ ਡਾਇਰੈਕਸ਼ਨ ਸੇਮ 'ਚ ਜਾ ਰਹੀਆਂ ਨੇ, ਪਰ ਇਹਨਾਂ 'ਚ ਆਨਸਰ 'ਚ ਕੀ ਫਰਕ ਆਏਗਾ ਹੁਣ ਅਸੀਂ ਦੇਖਦੇ ਹਾਂ, ਕਿਉਂਕਿ ਇਹਨਾਂ ਦੀ ਸੇਮ 'ਚ ਜਦੋਂ ਹੋਣ ਤਾਂ ਅਸੀਂ ਇਹਨਾਂ ਨੂੰ ਜਿਹੜੀ ਸਪੀਡ ਇਹਨਾਂ ਦੀ ਮਾਈਨਸ ਕਰਦੇ ਹਾਂ। ਇਹ ਚੀਜ਼ ਯਾਦ ਰੱਖ ਲਓ, ਜਦੋਂ ਵੀ ਡਾਇਰੈਕਸ਼ਨ ਸੇਮ ਹੋਵੇ ਸਪੀਡ ਮਾਈਨਸ ਹੁੰਦੀ ਆ ਦੋ ਟ੍ਰੇਨਾਂ ਦੀ, ਅਤੇ ਜੇ ਇੱਕੋ ਮਤਲਬ ਓਪੋਜ਼ਿਟ ਡਾਇਰੈਕਸ਼ਨ ਤੋਂ ਆ ਰਹੀ ਫਿਰ ਪਲੱਸ ਹੁੰਦੀ ਆ। ਜਿਵੇਂ ਇਹ 'ਚ A ਅਤੇ B ਟ੍ਰੇਨਸ ਦੋਵੇਂ ਇੱਕੋ ਡਾਇਰੈਕਸ਼ਨ 'ਚ ਜਾ ਰਹੀਆਂ ਨੇ, ਇਹਦਾ ਫਾਰਮੂਲਾ ਸੇਮ ਆ। ਫਾਰਮੂਲੇ 'ਚ ਫਰਕ ਕਿੱਥੇ ਆਉਣਾ ਹੈ, ਜਦੋਂ ਇਸੇ 'ਚ ਸਪੀਡਾਂ ਅਸੀਂ ਪਲੱਸ ਕੀਤੀਆਂ ਸੀ, ਜਿਹੜੀ ਇਹਨਾਂ ਦੋਵਾਂ ਦੀਆਂ ਸਪੀਡ ਸੀ ਅਸੀਂ ਉਹਨਾਂ ਨੂੰ ਪਲੱਸ ਕੀਤਾ ਸੀ, ਹੁਣ ਇਹਦੇ ਵਿੱਚ ਅਸੀਂ ਇਹਨਾਂ ਦੋਨਾਂ ਦੀ ਸਪੀਡ ਨੂੰ ਮਾਈਨਸ ਕਰਾਂਗੇ। ਡਿਸਟੈਂਸ ਸੇਮ ਸੀ, 60 - 40 ਸਾਡੇ ਕੋਲ ਆ ਗਿਆ 20। ਜਦੋਂ ਅਸੀਂ ਸੋਲਵ ਕਰਾਂਗੇ ਤਾਂ ਮਤਲਬ 50 ਆਵਰਸ, ਮਤਲਬ 50 ਘੰਟੇ ਬਾਅਦ ਇਹ ਟ੍ਰੇਨਾਂ ਇੱਕ ਦੂਜੇ ਨੂੰ ਕ੍ਰੋਸ ਕਰਨਗੀਆਂ। ਸੋ ਹੋਪ ਤੁਹਾਨੂੰ ਇਹ ਵੀ ਚੀਜ਼ ਸਮਝ ਆ ਗਈ ਹੋਏਗੀ। ਸੋ ਇੱਥੇ ਇੱਕ ਚੀਜ਼ ਧਿਆਨ ਰੱਖਿਓ, ਜੇ ਟ੍ਰੇਨ A ਦੀ ਸਪੀਡ ਘੱਟ ਆ, ਟ੍ਰੇਨ B ਦੀ ਸਪੀਡ ਜ਼ਿਆਦਾ ਆ, ਤਾਂ ਇਹ ਕਦੇ ਵੀ ਇੱਕ ਦੂਜੇ ਨੂੰ ਕ੍ਰੋਸ ਨਹੀਂ ਕਰ ਸਕਦੀਆਂ, ਠੀਕ ਆ, ਕਿਉਂਕਿ ਟ੍ਰੇਨ
ਜਿਹੜੀ ਜੇ ਜਿੱਦਾਂ ਮੰਨ ਲਓ ਟ੍ਰੇਨ ਏ ਦੀ ਸਪੀਡ 40 ਆ ਅਤੇ ਟ੍ਰੇਨ ਬੀ ਦੀ ਸਪੀਡ 60 ਆ, ਅਤੇ ਇਹ ਕਦੇ ਵੀ ਇੱਕ ਦੂਜੇ ਨੂੰ ਕ੍ਰੋਸ ਨਹੀਂ ਕਰ ਸਕਦੀਆਂ, ਕਿਉਂਕਿ ਟ੍ਰੇਨ ਏ ਦੀ ਸਪੀਡ ਉਹ ਹਮੇਸ਼ਾ ਇਹਨਾਂ ਦੇ ਵਿੱਚ ਡਿਸਟੈਂਸ ਇੰਨਾ ਹੀ ਬਣਿਆ ਰਹੇਗਾ। ਸੋ ਹੋਪ ਤੁਹਾਨੂੰ ਇਹ ਚੀਜ਼ ਵੀ ਸਮਝ ਆ ਗਈ ਹੋਵੇਗੀ। ਅਤੇ ਹੁਣ ਅਸੀਂ ਨੈਕਸਟ ਟੋਪਿਕ 'ਤੇ ਚੱਲਦੇ ਹਾਂ। ਨੈਕਸਟ ਜੋ ਸਾਡਾ ਕਨਸੈਪਟ, ਹੁਣ ਅਸੀਂ ਜਿੱਦਾਂ ਦੋ ਡਿਸਟੈਂਸ ਵਾਸਤੇ ਤਾਂ ਅਸੀਂ ਫਾਰਮੂਲਾ ਕਰ ਲਿਆ ਕਿ ਉਹਨਾਂ ਦੀ ਐਵਰੇਜ ਸਪੀਡ ਕੱਢਣ ਲਈ ਅਸੀਂ ਕੀ ਕਰਦੇ ਹਾਂ, 2xy ਓਵਰ ਮਤਲਬ ਦੋਨਾਂ ਦੀ ਸਪੀਡਾਂ ਨੂੰ ਮਲਟੀਪਲਾਈ ਕਰਕੇ 2 ਨਾਲ ਮਲਟੀਪਲਾਈ ਕਰ ਦਿੰਦੇ ਸਾਂ ਅਤੇ ਓਵਰ ਕਰ ਦਿੰਦੇ ਸਾਂ ਉਹਨਾਂ ਦੀ ਸਪੀਡ ਨੂੰ ਪਲੱਸ ਕਰਕੇ। ਹੁਣ ਜੇ ਤਿੰਨ ਚੀਜ਼ਾਂ ਹੋਣ, ਜਿਵੇਂ ਇੱਕ ਇਨਸਾਨ ਇੱਕ ਬੰਦਾ ਆ, ਉਹ ਪੁਆਇੰਟ ਬੀ ਤੱਕ ਜਾਂਦਾ ਹੈ ਪੁਆਇੰਟ ਏ ਤੋਂ, ਠੀਕ ਆ, ਫਿਰ ਉਹ ਰਿਟਰਨ ਕਰ ਜਾਂਦਾ ਪੁਆਇੰਟ ਬੀ ਤੋਂ ਪੁਆਇੰਟ ਏ ਤੱਕ, ਅਤੇ ਫਿਰ ਪੁਆਇੰਟ ਏ ਤੋਂ ਪੁਆਇੰਟ ਬੀ ਨੂੰ ਫਿਰ ਤੁਰ ਜਾਂਦਾ ਉਹ। ਮਤਲਬ ਜਿੱਦਾਂ ਏ ਸਪੀਡ ਨਾਲ ਉਹ ਜਾਂਦਾ ਹੈ, ਪਹਿਲਾਂ ਜਾਂਦਾ ਏ ਸਪੀਡ ਨਾਲ ਅਤੇ ਵਾਪਸ ਆ ਜਾਂਦਾ ਆ ਆਪਣੇ ਫਿਰ ਘਰ ਉਹ ਬੀ ਸਪੀਡ ਨਾਲ, ਪਰ ਉਹਨੂੰ ਫਿਰ ਕੋਈ ਚੀਜ਼ ਆਫਿਸ ਭੁੱਲ ਜਾਂਦਾ, ਉਹ ਲੈਣ ਚੱਲ ਜਾਂਦਾ ਹੈ ਸਪੀਡ ਸੀ ਨਾਲ। ਫਿਰ ਕਹਿੰਦੇ ਇਹਦੀ ਐਵਰੇਜ ਸਪੀਡ ਕੱਢੋ। ਸੋ ਹੁਣ ਅਸੀਂ ਇਹਦੀ ਐਗਜ਼ਾਮਪਲ ਡਿਸਕਸ ਕਰਦੇ ਹਾਂ। ਕਹਿੰਦੇ ਰਾਮ ਗੋਜ਼ ਟੂ ਆਫਿਸ ਫਰੋਮ ਹੋਮ, ਕਹਿੰਦੇ ਆਪਣੇ ਘਰ ਤੋਂ ਆਫਿਸ ਵਾਸਤੇ ਜਾਂਦਾ ਆ 20 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ, ਅਤੇ ਆਪਣੇ ਘਰ ਵਾਪਸ ਆਉਂਦਾ ਆ 30 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ, ਪਰ ਉਹ ਕੁਝ ਆਪਣਾ ਭੁੱਲ ਜਾਂਦਾ ਹੈ ਆਫਿਸ, ਅਤੇ ਫਿਰ ਉਹ ਲੈਣ ਚੱਲ ਜਾਂਦਾ ਹੈ ਆਫਿਸ 40 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ। ਕਹਿੰਦੇ ਐਵਰੇਜ ਸਪੀਡ ਕੱਢੋ। ਅਸੀਂ ਫਾਰਮੂਲਾ ਆਹ ਵਾਲਾ ਯਾਦ ਰੱਖਣਾ ਹੈ ਐਵਰੇਜ ਸਪੀਡ ਦਾ। 3a ਜਿਹੜੀ ਆ ਉਹ ਸਪੀਡ ਆਫ ਫਸਟ ਪਹਿਲੀ ਸਪੀਡ ਉਹਦੀ, ਬੀ ਉਹਦੀ ਦੂਜੀ ਸਪੀਡ, ਸੀ ਉਹਦੀ ਤੀਜੀ ਸਪੀਡ। ਇਹਨਾਂ ਤਿੰਨਾਂ ਨੂੰ ਮਲਟੀਪਲਾਈ ਕਰ ਦੇਣਾ, ਜਿਵੇਂ ਕਿ ਅਸੀਂ ਇੱਥੇ ਸੋਲਵ ਕੀਤਾ ਹੈ। ਧਿਆਨ ਰੱਖਿਓ ਇਹ ਕੈਲਕੂਲੇਸ਼ਨ ਤੁਸੀਂ ਆਪ ਕਰ ਲਿਓ। ਫਾਰਮੂਲਾ ਮੇਰਾ ਸਮਝਾਉਣਾ ਕੰਮ ਸੀ। ਆਹ ਫਾਰਮੂਲਾ ਜੇ 3 ਸਪੀਡਸ, ਇਹ ਜ਼ਿਆਦਾਤਰ ਪੁੱਛਿਆ ਨਹੀਂ ਜਾਂਦਾ, ਜ਼ਿਆਦਾਤਰ 2 ਹੀ ਪੁੱਛਦੇ ਨੇ, ਪਰ ਤੁਸੀਂ ਫਿਰ ਵੀ ਧਿਆਨ ਰੱਖਿਓ ਕਿਉਂਕਿ ਕੋਈ ਪਤਾ ਨਹੀਂ ਆ ਵੀ ਕਿੱਥੋਂ ਕਿਹੜਾ ਕੁਐਸਚਨ ਆ ਜੇ। ਠੀਕ ਹੈ ਸਟੂਡੈਂਟਸ, ਇਹ ਸੀ ਸਾਡਾ ਟੌਪਿਕ। ਅਗਲਾ ਕਨਸੈਪਟ ਸਾਡਾ ਉਹ ਵੀ ਬੜਾ ਇੰਪੋਰਟੈਂਟ ਕਨਸੈਪਟ ਹੈ, ਉਹਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ। ਕਹਿੰਦੇ ਆ ਜੇ ਇੱਕ ਮੈਨ ਗੋ ਸਰਟਨ ਡਿਸਟੈਂਸ, ਕੋਈ ਡਿਸਟੈਂਸ ਉਹ ਟਰੈਵਲ ਕਰਦਾ ਆ, ਕਹਿੰਦੇ ਜੇ ਪਹਿਲਾਂ ਉਹ ਕਿਲੋਮੀਟਰ ਪਰ ਆਵਰ ਦੀ ਜੇ ਤਾਂ ਉਹ ਕਿਸੇ ਦੂਰੀ ਨਾਲ ਤੈਅ ਕਰਦਾ, ਮਤਲਬ ਮੰਨ ਲਓ ਵੀ ਉਹ ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਤੈਅ ਕਰਦਾ ਆ, ਕਹਿੰਦੇ ਉਹ ਲੇਟ ਹੋ ਜਾਂਦਾ ਹੈ ਕੁਝ ਮਿੰਟ ਜਾਂ ਕੁਝ ਘੰਟਿਆਂ ਨਾਲ। ਪਰ ਜੇ ਆਪਣੀ ਦੂਰੀ ਨੂੰ ਇਨਕਰੀਜ਼ ਕਰਕੇ 20 ਸਪੀਡ ਨਾਲ ਜਾਂਦਾ ਆ ਤਾਂ ਉਹ ਇੰਨੇ ਘੰਟੇ ਲੇਟ ਹੁੰਦਾ ਆ। ਮਤਲਬ ਇੱਦਾਂ ਦੇ ਕੋਈ ਸਮ ਆਵੇ, ਇੱਦਾਂ ਦਾ ਕੁਐਸਚਨ ਆਵੇ, ਮੰਨ ਲਓ ਜਿਵੇਂ ਅਸੀਂ ਐਗਜ਼ਾਮਪਲ ਡਿਸਕਸ ਕਰ ਲੈਂਦੇ ਪਹਿਲਾਂ। ਕਹਿੰਦੇ ਰਾਮ ਕਵਰਸ ਏ ਸਰਟਨ ਡਿਸਟੈਂਸ ਫਰੋਮ ਆਫਿਸ ਟੂ ਹੋਮ। ਰਾਮ ਜਿਹੜਾ ਆ ਆਪਣੇ ਡਿਸਟੈਂਸ ਕਵਰ ਕਰਦਾ ਆ ਉਹ ਕੁਝ ਡਿਸਟੈਂਸ ਆਫਿਸ ਤੋਂ ਘਰ ਜਾਣ ਵਾਸਤੇ। ਕਹਿੰਦੇ ਜੇ ਉਹ ਟਰੈਵਲ ਕਰਦਾ ਆ ਪਹਿਲਾਂ 30 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ, ਉਹ 10 ਮਿੰਟ ਲੇਟ ਹੋ ਜਾਂਦਾ ਆ। ਪਰ ਅੱਗੇ ਕਹਿੰਦੇ ਵੀ ਜੇ ਤਾਂ ਉਹ ਟਰੈਵਲ ਕਰੇ 40 ਕਿਲੋਮੀਟਰ ਪਰ ਆਵਰ ਨਾਲ, ਫਿਰ ਉਹ 5 ਮਿੰਟ ਜਲਦੀ ਪਹੁੰਚ ਜਾਂਦਾ ਹੈ। ਕਹਿੰਦੇ ਡਿਸਟੈਂਸ ਫਾਈਂਡ ਕਰੋ। ਇੱਦਾਂ ਦੇ ਸਵਾਲ ਵਿੱਚ ਸਾਨੂੰ ਹਮੇਸ਼ਾ ਡਿਸਟੈਂਸ ਹੀ ਪੁੱਛਿਆ ਜਾਂਦਾ ਹੈ, ਅਤੇ ਇਹਦਾ ਫਾਰਮੂਲਾ ਹੁੰਦਾ ਆ ਜਿੱਦਾਂ ਅਸੀਂ ਪਿੱਛੇ ਫਾਰਮੂਲਾ ਕੀਤਾ ਸੀ 2ab ਅਤੇ ਉਹਨਾਂ ਦਾ ਡਿਫਰੈਂਸ ਥੱਲੇ, ਕਿਉਂਕਿ ਹੁਣ ਅਸੀਂ ਡਿਸਟੈਂਸ ਕੱਢਣਾ ਇੱਕੋ ਹੀ, ਆਉਣ ਜਾਣ ਦਾ ਨਹੀਂ ਕੱਢਣਾ, ਇਸ ਕਰਕੇ ਅਸੀਂ 2 ਨਾਲ ਮਲਟੀਪਲਾਈ ਨਹੀਂ ਕਰਨਾ। ਅਤੇ ਇੱਦਾਂ ਦੇ ਕੁਐਸਚਨ ਵਿੱਚ ਜਿਵੇਂ ਸਾਨੂੰ ਦਿੱਤਾ ਹੈ ਪਹਿਲੀ ਸਪੀਡ ਕਿੰਨੀ ਦਿੱਤੀ ਆ 30, ਦੂਜੀ ਦਿੱਤੀ ਆ 40, ਅਸੀਂ ਦੋਨਾਂ ਨੂੰ ਮਲਟੀਪਲਾਈ ਕਰਤਾ ਅਤੇ ਡਿਵਾਈਡ ਕਰਨਾ ਸੀ ਇਹਨਾਂ ਦੇ ਡਿਫਰੈਂਸ ਨਾਲ। ਹੁਣ 40 ਵਿੱਚੋਂ 30 ਕੱਢਾਂਗੇ ਅਤੇ 10 ਬਚਦਾ, ਨਾਲ ਮਲਟੀਪਲਾਈ ਟੀ ਕੀ ਹੈ ਸਾਡੇ ਕੋਲ, ਜਿਹੜਾ ਇਹਨਾਂ ਟਾਈਮ ਦਾ ਡਿਫਰੈਂਸ ਹੁੰਦਾ ਆ। ਹੁਣ ਇਹ 'ਚ ਪਹਿਲਾਂ 10 ਮਿੰਟ ਲੇਟ ਹੁੰਦਾ ਸੀ ਅਤੇ ਫਿਰ 5 ਮਿੰਟ ਜਲਦੀ ਪਹੁੰਚਦਾ ਸੀ, ਮਤਲਬ ਇਹਨਾਂ ਦਾ ਡਿਫਰੈਂਸ ਕਿੰਨਾ ਹੋਇਆ 10 + 5 15। ਹੁਣ ਅਸੀਂ ਇਹਨੂੰ ਘੰਟਿਆਂ 'ਚ ਕਨਵਰਟ ਕਰਨਾ। ਜਦੋਂ ਵੀ ਅਸੀਂ ਕਿਸੇ ਮਿੰਟ ਨੂੰ, ਕਿਉਂਕਿ 1 ਘੰਟੇ ਵਿੱਚ 60 ਮਿੰਟ ਹੁੰਦੇ ਨੇ, ਸੋ ਅਸੀਂ ਜਦੋਂ ਵੀ ਕਿਸੇ ਮਿੰਟ ਵਾਲੀ ਟਰਮ ਨੂੰ ਆਵਰਸ ਵਿੱਚ ਚੇਂਜ ਕਰਨਾ ਹੋਵੇ ਤਾਂ ਅਸੀਂ ਉਹਨੂੰ 60 ਨਾਲ ਡਿਵਾਈਡ ਕਰਦੇ ਹਾਂ। ਸੋ ਸਾਡੇ ਕੋਲ ਇਹ ਕੀ ਆ ਗਿਆ, ਜਦੋਂ ਇਹਨੂੰ ਡਿਵਾਈਡ ਕਰਾਂਗੇ ਅਸੀਂ, ਇਹ ਆ ਜਾਏਗਾ ਆਨਸਰ ਸਾਡੇ ਕੋਲ ਨਿਕਲ ਗਿਆ 30 ਕਿਲੋਮੀਟਰ। ਮਤਲਬ ਉਹਦੀ ਸਪੀਡ ਮਤਲਬ ਕਿੰਨਾ ਡਿਸਟੈਂਸ ਨਿਕਲ ਕੇ ਆਇਆ ਘਰ ਤੋਂ ਉਹਦੇ ਆਫਿਸ ਦਾ 30 ਕਿਲੋਮੀਟਰ। ਹੋਪ ਤੁਹਾਨੂੰ ਸਮਝ ਆ ਗਈ। ਇੱਕ ਖਾਸ ਚੀਜ਼ ਜਿਹੜੀ ਤੁਸੀਂ ਯਾਦ ਰੱਖਣੀ ਜਦੋਂ ਇੱਦਾਂ ਦੇ ਕੁਐਸਚਨ ਆਉਂਦੇ ਨੇ, ਤੁਹਾਨੂੰ ਜਾਂ ਤਾਂ ਉਹ ਪੁੱਛੇਗਾ ਵੀ ਇੱਕ ਵਾਰੀ ਉਹ ਲੇਟ ਹੁੰਦਾ, ਦੂਜੀ ਵਾਰ ਵੀ ਲੇਟ ਹੁੰਦਾ ਆ, ਅਤੇ ਜਦੋਂ ਵੀ ਲੇਟ ਹੋਵੇ ਉਦੋਂ ਅਸੀਂ ਟਾਈਮ ਨੂੰ ਕੀ ਕਰਦੇ ਹਾਂ, ਘਟਾਉਂਦੇ ਹਾਂ, ਸਬਟਰੈਕਟ ਕਰਦੇ ਹਾਂ। ਪਰ ਜਦੋਂ ਇੱਕ ਵਾਰੀ ਉਹ ਲੇਟ ਹੋ ਰਿਹਾ, ਦੂਜੀ ਵਾਰੀ ਉਹ ਜਲਦੀ ਪਹੁੰਚ ਰਿਹਾ, ਫਿਰ ਅਸੀਂ ਟਾਈਮ ਨੂੰ ਐਡ ਕਰਦੇ ਹਾਂ। ਅਤੇ ਜਦੋਂ ਦੋਨੇ ਵਾਰੀ ਉਹ ਅਰਲੀ ਹੋਵੇ ਫਿਰ ਵੀ ਅਸੀਂ ਘਟਾਉਂਦੇ ਹਾਂ। ਜਦੋਂ ਇੱਕ ਵਾਰੀ ਉਹ 5 ਮਿੰਟ ਜਲਦੀ ਪਹੁੰਚ ਰਿਹਾ, ਦੂਜੀ ਵਾਰੀ ਉਹ 10 ਮਿੰਟ ਜਲਦੀ ਪਹੁੰਚ ਰਿਹਾ, ਫਿਰ ਅਸੀਂ ਮਾਈਨਸ ਕਰਦੇ ਹਾਂ। ਸੋ ਇੱਕ ਚੀਜ਼ ਯਾਦ ਰੱਖਿਓ, ਜਦੋਂ ਇੱਕ ਵਾਰ ਸੇਮ ਜਦੋਂ ਹੋਣ ਲੇਟ ਫਿਰ ਮਾਈਨਸ ਕਰਨਾ,
ਜਲਦੀ ਜਲਦੀ ਮਤਲਬ ਅਰਲੀ ਫਿਰ ਵੀ ਮਾਈਨਸ ਕਰਨਾ, ਜੇ ਲੇਟ ਅਰਲੀ ਜਾਂ ਅਰਲੀ ਲੇਟ ਆ ਉਦੋਂ ਪਲੱਸ ਕਰਨਾ। ਸੋ ਇਹ ਚੀਜ਼ ਯਾਦ ਰੱਖਿਓ, ਇਹ ਸੀ ਕੰਸੈਪਟ ਬੇਸਿਕ। ਅਤੇ ਬਾਕੀ ਅਸੀਂ ਕੁਐਸਚਨ ਜਦੋਂ ਕਰਾਂਗੇ ਸੋਲਵ ਅਗਲੀ ਵੀਡੀਓ 'ਚ, ਉਦੋਂ ਨਾਲ ਨਾਲ ਅਸੀਂ ਸਮਝੀ ਜਾਵਾਂਗੇ, ਨਾਲ ਨਾਲ ਹੋਰ ਕੰਸੈਪਟ ਵੀ ਕਰਾਂਗੇ। ਹੋਪ ਤੁਹਾਨੂੰ ਸਮਝ ਆਇਆ ਹੋਏਗਾ। ਇਹ ਵੀਡੀਓ ਨੂੰ 1 ਵਾਰ 2 ਵਾਰ 3 ਵਾਰ ਦੇਖੋਗੇ ਤੁਹਾਨੂੰ ਕੋਈ ਵੀ ਡਾਊਟ ਨਹੀਂ ਰਹੇਗਾ। ਜੇ ਕਿਸੇ ਵੀ ਪ੍ਰਕਾਰ ਦਾ ਤੁਹਾਨੂੰ ਕੋਈ ਡਾਊਟ ਰਹਿੰਦਾ ਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ, ਅਤੇ ਅਸੀਂ ਅਗਲੀ ਵੀਡੀਓ 'ਚ ਉਹ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਤੁਹਾਨੂੰ ਵੱਧ ਤੋਂ ਵੱਧ ਜਿਹੜੇ ਪ੍ਰੀਵੀਅਸ ਜਿਹਦੇ ਕੁਐਸਚਨ ਮਤਲਬ ਟੈਸਟ ਸੀਰੀਜ਼ ਦੇ ਤੌਰ 'ਤੇ ਵੀ ਦੇਵਾਂਗੇ ਵੀ ਤੁਸੀਂ ਆਪ ਆਪਣੀ ਪ੍ਰੈਕਟਿਸ ਕਰ ਸਕੋ, ਕਿਉਂਕਿ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ। ਪ੍ਰੈਕਟਿਸ ਹੀ ਕਿਸੇ ਬੰਦੇ ਨੂੰ ਪਰਫੈਕਟ ਬਣਾਉਂਦੀ ਆ। ਸੋ ਵੱਧ ਤੋਂ ਵੱਧ ਪ੍ਰੈਕਟਿਸ ਕਰਨੀ ਹੈ ਜਿੰਨਾ ਵੀ ਸਾਡੇ ਕੋਲ ਟਾਈਮ ਰਹਿੰਦਾ ਆ। ਅਤੇ ਕਮੈਂਟ ਕਰਕੇ ਦੱਸੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ, ਮਾੜੀ ਲੱਗੀ, ਕਿੱਦਾਂ ਦੀ ਲੱਗੀ। ਸੋ ਡੈਟਸ ਆਲ ਸਟੂਡੈਂਟਸ।